ਸਤਿ ਸ਼੍ਰੀ ਅਕਾਲ। ਡ੍ਰਿਲਿੰਗ ਅਤੇ ਡ੍ਰਿਲਿੰਗ ਨਾਲ ਸੰਬੰਧਿਤ ਕਾਮ-ਕਾਜਾਂ ਦੇ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਆਓ ਸੈਸ਼ਨ ਸ਼ੁਰੂ ਕਰਦੇ ਹਾਂ। ਆਓ ਇਸ ਸੈਸ਼ਨ ਦੇ ਉਦੇਸ਼ਾਂ ਨੂੰ ਇੱਕ ਨਜ਼ਰ ਦੇਖਦੇ ਹਾਂ। ਇਸ ਸੈਸ਼ਨ ਦੇ ਅੰਤ ਵਿੱਚ ਤੁਸੀਂ ਇਹ ਦੱਸ ਸਕੋਗੇ ਡ੍ਰਿਲਿੰਗ ਕੀ ਹੁੰਦੀ ਹੈ, ਡ੍ਰਿਲਿੰਗ ਮਸ਼ੀਨਸ ਦੀ ਟਾਈਪਸ ਅਤੇ ਉਹਨਾਂ ਦੇ ਕੰਪੋਨੈਂਟਸ ਦੀ ਸੂਚੀ, ਯੂਜ਼ਡ ਜਾਣ ਵਾਲੀਆਂ ਡ੍ਰਿਲਸ ਅਤੇ ਉਹਨਾਂ ਦੀ ਟਾਈਪਸ ਦੇ ਨਾਮ, ਟਵਿਸਟ ਡ੍ਰਿਲ ਦੀ ਨੋਮਨਕਲੇਚਰ ਦੀ ਪਛਾਣ, ਵੱਖ-ਵੱਖ ਡ੍ਰਿਲਿੰਗ ਆਪਰੇਸ਼ਨਸ ਦੀ ਪਛਾਣ। ਆਓ ਪਹਿਲਾਂ ਡ੍ਰਿਲਿੰਗ ਦੀਆਂ ਬੇਸਿਕ ਗੱਲਾਂ ਬਾਰੇ ਜਾਣੀਏ। ਡ੍ਰਿਲਿੰਗ ਇੱਕ ਮੈਟਲ ਕੱਟਣ ਦੀ ਪ੍ਰੋਸੈਸ ਹੈ ਜੋ ਹਾਰਡ ਮਟੀਰੀਅਲ ਵਿੱਚ ਹੋਲ, ਸਰਕੂਲਰ ਹੋਲ ਬਣਾਉਣ ਲਈ ਇੱਕ ਰੋਟੇਟਿੰਗ ਕਟਿੰਗ ਟੂਲ ਦੁਆਰਾ ਹੁੰਦੀ ਹੈ। ਡ੍ਰਿਲਿੰਗ ਲਈ ਵਰਤੀ ਜਾਣ ਵਾਲੀ ਮਸ਼ੀਨ ਨੂੰ ਡ੍ਰਿਲਿੰਗ ਮਸ਼ੀਨ ਕਹਿੰਦੇ ਹਨ। ਹੋਲ ਬਣਾਉਣ ਲਈ ਵਰਤੇ ਜਾਣ ਵਾਲੇ ਮਲਟੀਪ ਕਟਿੰਗ ਟੂਲ ਨੂੰ ਡ੍ਰਿਲ ਕਿਹਾ ਜਾਂਦਾ ਹੈ। ਆਓ ਹੁਣ ਵੱਖ-ਵੱਖ ਟਾਈਪਸ ਦੀ ਡ੍ਰਿਲਿੰਗ ਮਸ਼ੀਨਸ ਬਾਰੇ ਸਿੱਖਦੇ ਹਾਂ। ਇਹ ਹਨ ਪੋਰਟੇਬਲ ਡ੍ਰਿਲਿੰਗ ਮਸ਼ੀਨ, ਜਿਸ ਨੂੰ ਕੈਰੀ ਕਰਨਾ ਸੌਖਾ ਹੈ ਅਤੇ ਮਸ਼ੀਨ ਦੀ ਕੈਪੈਸਿਟੀ ਦੇ ਆਧਾਰ ਤੇ ਵੱਖ-ਵੱਖ ਸਾਈਜ਼ਸ ਦੇ ਹੋਲ ਬਣਾ ਸਕਦੀ ਹੈ। ਬੈਂਚ ਜਾਂ ਸੈਂਸਿਟਿਵ ਡ੍ਰਿਲਿੰਗ ਮਸ਼ੀਨ ਨੂੰ ਲਾਈਟ ਡਿਊਟੀ ਵਰਕ ਲਈ ਵਰਤਿਆ ਜਾਂਦਾ ਹੈ, ਜੋ ਵਰਕ ਬੈਂਚ ਤੇ ਫਿਕਸ ਹੋ ਸਕਦਾ ਹੈ। ਇਹ 12.5 mm ਤੱਕ ਹੋਲ ਕਰ ਸਕਦਾ ਹੈ। ਪਿਲਰ ਡ੍ਰਿਲਿੰਗ ਮਸ਼ੀਨ ਮੀਡੀਅਮ ਡਿਊਟੀ ਤੇ ਕੰਮ ਲਈ ਵਰਤੀ ਜਾਂਦੀ ਹੈ ਅਤੇ 25 mm ਤੱਕ ਹੋਲ ਕਰ ਸਕਦੀ ਹੈ। ਇਸ ਨੂੰ ਅਪਰਾਈਟ ਡ੍ਰਿਲਿੰਗ ਮਸ਼ੀਨ ਵੀ ਕਿਹਾ ਜਾਂਦਾ ਹੈ। ਰੇਡੀਅਲ ਡ੍ਰਿਲਿੰਗ ਮਸ਼ੀਨ ਹੈਵੀ ਡਿਊਟੀ ਦੇ ਕੰਮ ਲਈ ਵਰਤੀ ਜਾਂਦੀ ਹੈ ਅਤੇ 25 mm ਤੋਂ ਵੱਧ ਹੋਲ ਕਰ ਸਕਦੀ ਹੈ। ਗੈਂਗ ਡ੍ਰਿਲਿੰਗ ਮਸ਼ੀਨ ਇੱਕ ਮਲਟੀ ਕਾਲਮ ਡ੍ਰਿਲਿੰਗ ਮਸ਼ੀਨ ਹੈ, ਜਿਸ ਦੀ ਵਰਤੋਂ ਡ੍ਰਿਲਿੰਗ, ਬੋਰਿੰਗ, ਰਿਮਿੰਗ ਅਤੇ ਕਾਊਂਟੈਂਟ ਸਿੰਕਿੰਗ ਵਰਗੇ ਸਕਸੈਸਿਵ ਆਪਰੇਸ਼ਨਸ ਲਈ ਕੀਤੀ ਜਾਂਦੀ ਹੈ। ਮਲਟੀ ਸਪਿੰਡਲ ਡ੍ਰਿਲਿੰਗ ਮਸ਼ੀਨ ਇੱਕੋ ਸਮੇਂ ਕਈ ਹੋਲ ਡ੍ਰਿਲ ਕਰਨ ਲਈ ਵਰਤੀ ਜਾਂਦੀ ਹੈ। ਆਓ ਹੁਣ ਡ੍ਰਿਲਿੰਗ ਮਸ਼ੀਨ ਦੇ ਪਾਰਟਸ ਅਤੇ ਐਕਸੈਸਰੀਜ਼ ਬਾਰੇ ਜਾਣੀਏ। ਇਹ ਹਨ ਬੇਸ, ਕਾਲਮ, ਟੇਬਲ, ਡ੍ਰਿਲਿੰਗ ਹੈਡ, ਸਪਿੰਡਲ, ਮੋਟਰ, ਫੀਡ ਹੈਂਡਲ, ਮਸ਼ੀਨ ਵਾਈਸ, ਡ੍ਰਿਲ ਚੈਕ ਵਿਦ ਕੀ, ਡ੍ਰਿਫਟ, sleeves and socket, coolant system। ਆਓ ਹੁਣ ਇਹਨਾਂ ਹਿੱਸਿਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਲੈਂਦੇ ਹਾਂ। ਬੇਸ ਇੱਕ ਭਾਰੀ ਢਾਂਚਾ ਹੈ ਜਿਸ ਤੇ ਕਾਲਮ ਮਾਊਂਟ ਕੀਤਾ ਜਾਂਦਾ ਹੈ। ਕਾਲਮ ਇੱਕ ਵਰਟੀਕਲ ਸਟਰਕਚਰ ਹੈ ਜੋ ਡ੍ਰਿਲਿੰਗ ਮਸ਼ੀਨ ਦੇ ਬਾਕੀ ਪਾਰਟਸ ਨੂੰ ਹੋਲਡ ਕਰਕੇ ਰੱਖਦਾ ਹੈ। ਟੇਬਲ ਨੂੰ ਕਾਲਮ ਤੇ ਮਾਊਂਟ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ-ਨਾਲ ਲਿਜਾਇਆ ਜਾ ਸਕਦਾ ਹੈ। ਵਰਕ ਪੀਸ ਨੂੰ ਫੜੀ ਰੱਖਣ ਲਈ ਮਸ਼ੀਨ ਵਾਈਸ ਟੇਬਲ ਤੇ ਫਿਕਸ ਕੀਤੀ ਗਈ ਹੈ। ਡ੍ਰਿਲਿੰਗ ਹੈਡ ਵਿੱਚ ਇੱਕ ਮੋਟਰ ਅਤੇ ਇੱਕ ਟਰਾਂਸਮਿਸ਼ਨ ਸਿਸਟਮ ਹੁੰਦਾ ਹੈ ਜੋ ਸਪਿੰਡਲ ਵਿੱਚ ਵੱਖ-ਵੱਖ ਸਪੀਡ ਤੇ ਰੋਟਰੀ ਮੋਸ਼ਨ ਟਰਾਂਸਮਿਟ ਕਰਦਾ ਹੈ। ਸਪਿੰਡਲ ਡ੍ਰਿਲਿੰਗ ਹੈਡ ਦਾ ਹਿੱਸਾ ਹੈ ਜੋ ਡ੍ਰਿਲ ਚੱਕ ਨੂੰ ਹੋਲਡ ਕਰਨ ਲਈ ਵਰਤਿਆ ਜਾਂਦਾ ਹੈ। ਸਪਿੰਡਲ ਦੀ ਸਪੀਡ ਦਾ ਮਾਪ RPM ਯਾਨੀ ਰਿਵੋਲੂਸ਼ਨ ਪ੍ਰਤੀ ਮਿੰਟ ਵਿੱਚ ਹੈ। ਸਪਿੰਡਲ ਦੀ ਗਤੀ ਹੇਠਾਂ ਦਿੱਤੇ ਕਾਰਨਾਂ ਤੇ ਨਿਰਭਰ ਕਰਦੀ ਹੈ। ਹੋਲ ਜਾਂ ਡ੍ਰਿਲ ਦਾ ਸਾਈਜ਼, ਫੀਡ ਰੇਟ, ਮਟੀਰੀਅਲ ਹਾਰਡਨੈਸ। ਹੋਲ ਦਾ ਸਾਈਜ਼ ਵੱਧ ਰਹੇ ਹੋਲ ਦੇ ਸਾਈਜ਼ ਦੇ ਨਾਲ ਸਪਿੰਡਲ ਦੀ ਗਤੀ ਨੂੰ ਉਚਿਤ ਢੰਗ ਨਾਲ ਘਟਾਉਣਾ ਪੈਂਦਾ ਹੈ। ਫੀਡ ਰੇਟ ਵੱਧਦੀ ਫੀਡ ਦਰ ਦੇ ਨਾਲ ਸਪਿੰਡਲ ਦੀ ਸਪੀਡ ਨੂੰ ਉਚਿਤ ਢੰਗ ਨਾਲ ਵਧਾਇਆ ਜਾਣਾ ਚਾਹੀਦਾ ਹੈ। ਮਟੀਰੀਅਲ ਹਾਰਡਨੈਸ
ਸਪਿੰਡਲ ਸਪੀਡ ਨੂੰ ਢੁਕਵੇਂ ਢੰਗ ਨਾਲ ਨਰਮ ਤੋਂ ਹਾਰਡ ਮਟੀਰੀਅਲ ਤੱਕ ਘਟਾਇਆ ਜਾਣਾ ਚਾਹੀਦਾ ਹੈ। ਡਰਿਲ ਚੱਕ ਇੱਕ ਟੂਲ ਹੋਲਡਿੰਗ ਡਿਵਾਈਸ ਹੈ ਅਤੇ ਚੱਕ ਕੀ ਦੀ ਵਰਤੋਂ ਟੂਲ ਤੇ ਗ੍ਰਿਪ ਨੂੰ ਐਡਜਸਟ ਕਰਨ ਲਈ ਕੀਤੀ ਜਾਂਦੀ ਹੈ। ਸਲੀਵਸ ਅਤੇ ਸੌਕੇਟਸ। ਸਲੀਵਸ ਅਤੇ ਸੌਕੇਟ ਉਹ ਅਡੈਪਟਰ ਹਨ ਜੋ ਸਪਿੰਡਲ ਵਿੱਚ ਵੱਖ-ਵੱਖ ਸਾਈਜ਼ ਦੀਆਂ ਡਰਿਲਾਂ ਨੂੰ ਮਾਊਂਟ ਕਰਨ ਲਈ ਵਰਤੇ ਜਾਂਦੇ ਹਨ। ਡ੍ਰਿਫਟ। ਡ੍ਰਿਫਟ ਇੱਕ ਟੂਲ ਹੈ ਜਿਸ ਨੂੰ ਸਪਿੰਡਲ ਤੋਂ ਚੱਕ ਅਤੇ ਅਡੈਪਟਰ ਨੂੰ ਹਟਾਉਣ ਲਈ ਵਰਤਦੇ ਹਾਂ। ਫੀਡ ਹੈਂਡਲ। ਫੀਡ ਹੈਂਡਲ ਦੀ ਵਰਤੋਂ ਵਰਕ ਪੀਸ ਵਿੱਚ ਟੂਲ ਨੂੰ ਫੀਡ ਕਰਨ ਲਈ ਕੀਤੀ ਜਾਂਦੀ ਹੈ। ਫੀਡ 1 ਮਿੰਟ ਵਿੱਚ ਵਰਕ ਪੀਸ ਵਿੱਚ ਡਰਿਲ ਦੁਆਰਾ ਤੈਅ ਕੀਤੀ ਦੂਰੀ ਹੈ। ਇਹ ਪ੍ਰਤੀ ਮਿੰਟ mm ਵਿੱਚ ਦਰਸਾਇਆ ਜਾਂਦਾ ਹੈ। ਡੈਪਥ ਆਫ ਕੱਟ। ਡੈਪਥ ਆਫ ਕੱਟ ਡਰਿਲ ਬਿੱਟ ਦੀ ਵਰਤੋਂ ਕਰਕੇ ਡਰਿਲ ਕੀਤੇ ਗਏ ਹੋਲ ਦੀ ਕੁੱਲ ਡੈਪਥ ਹੁੰਦੀ ਹੈ। ਇਹ mm ਵਿੱਚ ਦਰਸਾਇਆ ਜਾਂਦਾ ਹੈ। ਕੂਲੈਂਟ ਸਿਸਟਮ ਦੀ ਵਰਤੋਂ ਕਟਿੰਗ ਫਲੂਇਡਸ ਨੂੰ ਪੰਪ ਕਰਨ ਲਈ ਕੀਤੀ ਜਾਂਦੀ ਹੈ ਤਾਂ ਕਿ ਵਰਕ ਪੀਸ ਤੇ ਕਟਿੰਗ ਟੂਲ ਨੂੰ ਠੰਡਾ ਅਤੇ ਲੁਬਰੀਕੈਂਟ ਕੀਤਾ ਜਾ ਸਕੇ। ਅੱਗੇ ਡਰਿਲ ਦੀਆਂ ਵੱਖ-ਵੱਖ ਟਾਈਪਸ ਤੇ ਅਭਿਆਸਾਂ ਬਾਰੇ ਜਾਣਦੇ ਹਾਂ। ਫਲੈਟ ਡਰਿਲ, ਟਵਿਸਟ ਡਰਿਲ। ਟਵਿਸਟ ਡਰਿਲ ਨੂੰ ਅੱਗੇ ਟੇਪਰਡ ਸੈਂਕ ਅਤੇ ਸਟ੍ਰੇਟ ਸੈਂਕ ਡਰਿਲ ਦੇ ਰੂਪ ਵਿੱਚ ਕਲਾਸੀਫਾਈ ਕੀਤਾ ਜਾ ਸਕਦਾ ਹੈ। ਆਓ ਹੁਣ ਇਹਨਾਂ ਵਿੱਚੋਂ ਹਰ ਇੱਕ ਡਰਿਲ ਕਿਸਮ ਬਾਰੇ ਵਿਸਤਾਰ ਵਿੱਚ ਜਾਣੀਏ। ਫਲੈਟ ਡਰਿਲ ਇਹ ਡਰਿਲ ਦਾ ਸਭ ਤੋਂ ਪੁਰਾਣਾ ਰੂਪ ਹੈ ਅਤੇ ਇਸ ਨੂੰ ਚਲਾਉਣਾ ਆਸਾਨ ਹੈ। ਅੱਜ ਕੱਲ੍ਹ ਇਸ ਦੀ ਮਾੜੀ ਕੁਸ਼ਲਤਾ ਕਾਰਨ ਇਸ ਨੂੰ ਨਹੀਂ ਵਰਤਦੇ। ਟਵਿਸਟ ਡਰਿਲ ਸਭ ਤੋਂ ਆਮ ਤੌਰ ਤੇ ਵਰਤੀ ਜਾਣ ਵਾਲੀ ਟਾਈਪ ਦੀ ਡਰਿਲ ਬਿੱਟ ਹੈ। ਇਸ ਦੀ ਲੰਬਾਈ ਦੇ ਨਾਲ 2 ਜਾਂ 2 ਤੋਂ ਵੱਧ ਸਪਾਇਰਲ ਜਾਂ ਹੈਲੀਕਲ ਫਲੂਟ ਬਣਦੇ ਹਨ। 2 ਬੁਨਿਆਦੀ ਕਿਸਮ ਦੇ ਟਵਿਸਟ ਡਰਿਲ ਹਨ ਜੋ ਕਿ ਪੈਰਲਲ ਜਾਂ ਸਟ੍ਰੇਟ ਅਤੇ ਟੇਪਰ ਸੈਂਕ ਦੇ ਸਾਈਜ਼ ਤੇ ਆਧਾਰਿਤ ਹਨ। ਪੈਰਲਲ ਸੈਂਕ ਟਵਿਸਟ ਡਰਿਲ 13 mm ਸਾਈਜ਼ ਤੋਂ ਹੇਠਾਂ ਉਪਲਬਧ ਹਨ। ਹੁਣ ਇਸ ਤੋਂ ਅੱਗੇ ਆਓ ਅਸੀਂ ਇੱਕ ਟਵਿਸਟ ਡਰਿਲ ਦੀ ਨੋਮੈਨਕਲੇਚਰ ਬਾਰੇ ਸਿੱਖੀਏ। ਇੱਕ ਡਰਿਲ ਬਿੱਟ ਦੇ ਵੱਖ-ਵੱਖ ਪਾਰਟਸ ਹਨ। ਟੈਂਗ, ਸੈਂਕ, ਰੀਸੈਸ ਜਾਂ ਨੈਕ, ਬੋਡੀ, ਟਿਪ, ਫਲੂਟ, ਲੈਂਡ ਜਾਂ ਮਾਰਜਨ, ਫੇਸ, ਫਲੈਂਕ, ਵੈਬ, ਲਿਪ और कटिंग एज, हेलिक्स एंगल, पॉइंट एंगल, रेक एंगल, क्लीयरेंस एंगल, चिजल एज एंगल। आओ ਹੁਣ ਇਹਨਾਂ ਵਿੱਚੋਂ ਹਰੇਕ ਹਿੱਸੇ ਬਾਰੇ ਸੰਖੇਪ ਵਿੱਚ ਜਾਣੀਏ। ਟੈਂਗ। ਟੈਂਗ ਟੇਪਰ ਸੈਂਕ ਡਰਿਲ ਦਾ ਹਿੱਸਾ ਹੈ ਜੋ ਮਸ਼ੀਨ ਸਪਿੰਡਲ ਵਿੱਚ ਫਿੱਟ ਹੁੰਦਾ ਹੈ। ਸੈਂਕ। ਸੈਂਕ ਡਰਿਲ ਦਾ ਡਰਾਈਵਿੰਗ ਐਂਡ ਹੈ ਜੋ ਸਪਿੰਡਲ ਵਿੱਚ ਫਿੱਟ ਕੀਤਾ ਜਾਂਦਾ ਹੈ। ਰੀਸੈਸ ਜਾਂ ਨੈਕ। ਰੀਸੈਸ ਜਾਂ ਨੈਕ ਬੋਡੀ ਅਤੇ ਸੈਂਕ ਦੇ ਵਿਚਕਾਰ ਘੱਟ ਡਾਇਆਮੀਟਰ ਦਾ ਹਿੱਸਾ ਹੈ। ਬੋਡੀ। ਬੋਡੀ ਡਰਿਲ ਦੇ ਪੁਆਇੰਟ ਅਤੇ ਸੈਂਕ ਦੇ ਵਿਚਕਾਰ ਦਾ ਹਿੱਸਾ ਹੈ। ਟਿਪ ਜਾਂ ਪੁਆਇੰਟ। ਟਿਪ ਇੱਕ ਕੋਨ ਸ਼ੇਪਡ ਐਂਡ ਹੈ ਜੋ ਕਟਿੰਗ ਕਰਦਾ ਹੈ। ਫਲੂਟ। ਫਲੂਟ ਸਪਾਇਰਲ ਗਰੂਵਸ ਹਨ ਜੋ ਡਰਿਲ ਦੀ ਲੰਬਾਈ ਤੱਕ ਚੱਲਦੀਆਂ ਹਨ। ਫਲੂਟ ਕਟਿੰਗ ਐਜ ਨੂੰ ਬਣਾਉਣ, ਚਿਪਸ ਨੂੰ ਘੁਸਾਉਣ ਅਤੇ ਉਹਨਾਂ ਨੂੰ ਬਾਹਰ ਆਉਣ ਦੀ ਆਗਿਆ ਦੇਣ ਅਤੇ ਕੂਲੈਂਟ ਨੂੰ ਕਟਿੰਗ ਐਜ ਵਿੱਚ ਵਹਿਣ ਵਿੱਚ ਮਦਦ ਕਰਦੀ ਹੈ। ਲੈਂਡ ਜਾਂ ਮਾਰਜਨ। ਲੈਂਡ ਜਾਂ ਮਾਰਜਨ ਇੱਕ ਨੈਰੋ ਸਟ੍ਰਿਪ ਹੈ ਜੋ ਫਲੂਟ ਦੀ ਪੂਰੀ ਲੰਬਾਈ ਤੱਕ ਫੈਲੀ ਹੁੰਦੀ ਹੈ। ਫੇਸ। ਫੇਸ ਫਲੂਟ ਦੀ ਸਰਫੇਸ ਦਾ ਉਹ ਹਿੱਸਾ ਹੈ ਜੋ ਲਿਪ ਦੇ ਨਾਲ ਹੁੰਦਾ ਹੈ। ਫਲੈਂਕ।
ਫਲੈਂਕ ਕਿਸੇ ਡ੍ਰਿਲ ਪੁਆਇੰਟ ਦੀ ਸਰਫੇਸ ਹੈ ਜੋ ਲਿਪ ਦੇ ਪਿੱਛੇ ਹੇਠ ਲਿਖੀ ਫਲੂਟ ਤੱਕ ਫੈਲੀ ਹੋਈ ਹੈ। ਵੈਬ ਇੱਕ ਮੈਟਲ ਕਾਲਮ ਹੈ ਜੋ ਫਲੂਟਸ ਨੂੰ ਅਲੱਗ ਕਰਦਾ ਹੈ। ਲਿਪ ਜਾਂ ਕਟਿੰਗ ਐਜ ਫਲੈਂਕ ਅਤੇ ਫੇਸ ਦੇ ਇੰਟਰਸੈਕਸ਼ਨ ਨਾਲ ਬਣਿਆ ਐਜ ਹੈ। ਹੈਲਿਕਸ ਐਂਗਲ ਟਵਿਸਟ ਡ੍ਰਿਲ ਵੱਖ-ਵੱਖ ਪ੍ਰਕਾਰ ਦੇ ਹੈਲਿਕਸ ਐਂਗਲ ਨਾਲ ਬਣਦੀ ਹੈ। ਹੈਲਿਕਸ ਐਂਗਲ ਡ੍ਰਿਲ ਕੀਤੇ ਜਾਣ ਵਾਲੇ ਪਦਾਰਥ ਦੇ ਅਨੁਸਾਰ ਬਦਲਦੇ ਹਨ। ਆਮ ਉਦੇਸ਼ ਲਈ ਟਾਈਪ N, ਹਾਰਡ ਮਟੀਰੀਅਲ ਲਈ ਟਾਈਪ H, ਸੌਫਟ ਮਟੀਰੀਅਲ ਲਈ ਟਾਈਪ M। ਆਮ ਉਦੇਸ਼ ਵਾਲੀ ਡ੍ਰਿਲਸ ਦਾ 27.5 ਡਿਗਰੀ ਦਾ ਇੱਕ ਸਟੈਂਡਰਡ ਹੈਲਿਕਸ ਐਂਗਲ ਹੁੰਦਾ ਹੈ। ਪੁਆਇੰਟ ਐਂਗਲ ਕਟਿੰਗ ਲਿਪਸ ਯਾਨੀ ਐਜਸ ਦੇ ਵਿਚਕਾਰਲਾ ਐਂਗਲ ਹੈ ਅਤੇ ਆਮ ਤੌਰ ਤੇ ਇਹ 118 ਡਿਗਰੀ ਤੇ ਹੁੰਦਾ ਹੈ। ਰੇਕ ਐਂਗਲ ਇੱਕ ਫਲੂਟ ਦਾ ਐਂਗਲ ਹੈ ਅਤੇ ਹੈਲਿਕਸ ਐਂਗਲ ਤੇ ਨਿਰਭਰ ਕਰਦਾ ਹੈ। ਕਲੀਅਰੈਂਸ ਐਂਗਲ ਕਟਿੰਗ ਐਜ ਦੇ ਪਿੱਛੇ ਟੂਲ ਦੀ ਰਗੜ ਨੂੰ ਰੋਕਦਾ ਹੈ ਅਤੇ ਸਮੱਗਰੀ ਵਿੱਚ ਕਟਿੰਗ ਐਜ ਦੇ ਪੈਨੀਟ੍ਰੇਸ਼ਨ ਵਿੱਚ ਮਦਦ ਕਰਦਾ ਹੈ। ਚਿਜ਼ਲ ਐਜ ਅਤੇ ਕਟਿੰਗ ਲਿਪ ਦੇ ਵਿਚਕਾਰਲਾ ਐਂਗਲ ਹੈ। ਵੱਖ-ਵੱਖ ਆਪਰੇਸ਼ਨ ਜੋ ਕਿ ਡ੍ਰਿਲਿੰਗ ਮਸ਼ੀਨ ਦੀ ਵਰਤੋਂ ਕਰਕੇ ਕੀਤੇ ਜਾ ਸਕਦੇ ਹਨ, ਇਹ ਹਨ ਡ੍ਰਿਲਿੰਗ ਹੋਲ ਡ੍ਰਿਲ ਕਰਨ ਲਈ, ਰੀਮਿੰਗ ਪ੍ਰੀ ਡ੍ਰਿਲ ਕੀਤੇ ਹੋਲਸ ਨੂੰ ਫਿਨਿਸ਼ ਕਰਨ ਲਈ, ਬੋਰਿੰਗ ਪ੍ਰੀ ਡ੍ਰਿਲ ਕੀਤੇ ਹੋਲਸ ਨੂੰ ਐਨਲਾਰਜ ਕਰਨ ਲਈ, ਕਾਊਂਟਰ ਸਿੰਕਿੰਗ ਹੋਲ ਦੇ ਪ੍ਰਵੇਸ਼ ਦੀ ਕੋਨਿਕਲ ਸ਼ੇਪ ਪੈਦਾ ਕਰਕੇ ਸਰਫੇਸ ਲੈਵਲ ਤੇ ਕਾਊਂਟਰ ਸੰਕ ਬੋਲਟ ਹੈਡ ਨੂੰ ਐਕੋਮੋਡੇਟ ਕਰਨ ਲਈ, ਕਾਊਂਟਰ ਬੋਰਿੰਗ ਸਰਫੇਸ ਲੈਵਲ ਤੇ ਸਕਰੂ ਜਾਂ ਬੋਲਟ ਹੈਡ ਨੂੰ ਐਕੋਮੋਡੇਟ ਕਰਨ ਜਾਂ ਹੋਲ ਦੇ ਐਂਟਰੀ ਨੂੰ ਵੱਡਾ ਕਰਨ ਲਈ। ਸੰਖੇਪ ਵਿੱਚ ਅਸੀਂ ਸਿੱਖ ਲਿਆ ਹੈ ਡ੍ਰਿਲਿੰਗ ਕੀ ਹੁੰਦੀ ਹੈ, ਡ੍ਰਿਲਿੰਗ ਮਸ਼ੀਨਸ ਦੀਆਂ ਟਾਈਪਸ ਅਤੇ ਉਹਨਾਂ ਦੇ ਕੰਪੋਨੈਂਟਸ ਦੀ ਸੂਚੀ, ਵਰਤੀਆਂ ਜਾਣ ਵਾਲੀਆਂ ਡ੍ਰਿਲਸ ਅਤੇ ਉਹਨਾਂ ਦੀਆਂ ਟਾਈਪਸ ਦੇ ਨਾਮ, ਟਵਿਸਟ ਡ੍ਰਿਲ ਦੀ ਨੋਮਨਕਲੇਚਰ ਦੀ ਪਛਾਣ, ਵੱਖ-ਵੱਖ ਡ੍ਰਿਲਿੰਗ ਆਪਰੇਸ਼ਨਸ ਦੀ ਪਛਾਣ। ਤਾਂ ਕਰਕੇ ਇਹ ਸੈਸ਼ਨ ਡ੍ਰਿਲਿੰਗ ਅਤੇ ਡ੍ਰਿਲਿੰਗ ਨਾਲ ਸੰਬੰਧਿਤ ਕੰਮ-ਕਾਜਾਂ ਦੇ ਬਾਰੇ ਸੀ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਸੰਕਲਪਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਚੰਗਾ ਫਿਰ ਮਿਲਦੇ ਹਾਂ ਅਗਲੇ ਸੈਸ਼ਨ ਵਿੱਚ।